ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਸਰਕਾਰ ਨੇ ਕਰੋਨਾ ਕਾਲ ਨਾਲ ਨਜਿੱਠਣ ਦੀ ਤਿਆਰੀ ਸੰਜੀਦਗੀ ਨਾਲ ਨਹੀਂ ਕੀਤੀ। ਅਕਾਲੀ ਦਲ ਵੱਲੋਂ ਠੇਕਿਆਂ ਦੇ ਮਾਮਲੇ 'ਚ ਸਰਕਾਰ ਨੂੰ ਰਗੜੇ। ਲਾਕਡਾਊਨ ਨਿਯਮਾਂ ਦੀ ਉਲੰਘਣਾ ਹੋਣ ਤੇ ਕਿਸਾਨਾਂ ਨਾਲ ਸਖਤੀ ਵਰਤੀ ਜਾਵੇ। ਪੰਜਾਬ 'ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਸੋਮਵਾਰ ਤੋਂ। ਬੋਰਡ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਟੀਕੇ ਲਾਉਣ ਬਾਰੇ ਜਨਹਿਤ ਪਟੀਸ਼ਨ। ਤਰਨਤਾਰਨ ਵਿਜੀਲੈਂਸ ਵਿਭਾਗ ਨੇ 2 ਫਾਰਮਾਸਿਸਟ ਨੂੰ ਰਿਸ਼ਵਤ ਲੈਂਦੇ ਰੰਗੀ ਹੱਥੀ ਕੀਤਾ ਕਾਬੂ। ਰਾਜਾ ਵੜਿੰਗ ਨੇ ਮੰਗੀ ਮਾਫੀ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਕਾਰਨ ਵਿਗੜ ਰਹੇ ਹਾਲਾਤ ਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਤੋਂ ਸੰਗਰੂਰ ਵਿੱਚ ਬਣੇ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇੱਕ ਬਿਆਨ ਰਾਹੀਂ ਸ਼੍ਰੀ ਢੀਂਡਸਾ ਨੇ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਅਤੇ ਸਿਹਤ ਸਹੂਲਤਾਂ ਦੀ ਘਾਟ ਕਾਰਨ ਵਿਗੜ ਰਹੇ ਹਾਲਾਤ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਸੰਸਦ ਮੈਂਬਰਾਂ ਨੂੰ ਤੁਰੰਤ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਕਰਨ ਦਾ ਸੁਝਾਅ ਦਿੱਤਾ ਹੈ। ਉਹਨਾਂ ਨੇ ਸੰਗਰੂਰ ਵਿੱਚ ਬਣ ਕੇ ਤਿਆਰ ਹੋ ਚੁੱਕੀ ਪੀਜੀਆਈ ਦੇ ਸੈਟੇਲਾਈਟ ਸੈਂਟਰ ਨੂੰ ਫੌਰੀ ਸ਼ੁਰੂ ਕਰਨ ਲਈ ਪੀਜੀਆਈ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਨੂੰ ਵੀ ਉਚੇਚੇ ਤੌਰ ਤੇ ਇਸ ਸੰਬੰਧ ਦੇ ਵਿੱਚ ਕੇਂਦਰੀ ਸਿਹਤ ਮੰਤਰਾਲੇ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਪੀਜੀਆਈ ਚੰਡੀਗੜ੍ਹ ਦੇ ਵਿੱਚ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਬੈੱਡ ਖਾਲੀ ਨਹੀਂ ਹਨ। ਪੰਜਾਬ ਵਿੱਚ ਮੈਡੀਕਲ ਐਮਰਜੈਂਸੀ ਵਰਗੇ ਬਣ ਰਹੇ ਹਾਲਾਤ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਭਟਕਣਾ ਪੈ ਰਿਹਾ ਅਤੇ ਸੂਬੇ ਵਿੱਚ ਆਕਸੀਜਨ ਸਹਾਰੇ ਚੱਲ ਮਰੀਜ਼ਾਂ ਦੀ ਗਿਣਤੀ ਵੀ 10,000 ਤੋਂ ਟੱਪ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਵਿੱਚ ਸੰਗਰੂਰ ਵਿੱਚ ਤਿਆਰ ਹੋ ਚੁੱਕੇ ਪੀਜੀਆਈ ਦੇ ਸੈਟੇਲਾਈਟ ਸੈਂਟਰ ਜਿੱਥੇ 300 ਬੈੱਡਾਂ ਦੀ ਸਹੂਲਤ ਹੈ ਨੂੰ ਤੁਰੰਤ ਚਾਲੂ ਕਰਕੇ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਫਿਲਹਾਲ ਇਸ ਸੈਂਟਰ ਨੂੰ ਸਮਰਪਿਤ ਕੋਵਿਡ ਹਸਪਤਾਲ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਬੜੇ ਚਿੰਤਾ ਦੀ ਗੱਲ ਹੈ ਕਿ ਕਰੋਨਾ ਦਾ ਜੋ ਪ੍ਰਕੋਪ ਹੈ ਉਹ ਸਾਰੇ ਦੇਸ਼ ਵਿੱਚ ਤੇ ਖਾਸ ਤੌਰ ਤੇ ਪੰਜਾਬ ਵਿੱਚ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਤੇ ਜੋ ਉਸ ਤੋਂ ਵੱਧ ਚਿੰਤਾ ਦੀ ਗੱਲ ਹੈ ਕਿ ਜੋ ਮੌਤਾਂ ਦੀ ਗਿਣਤੀ ਹੈ ਉਹ ਵੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਤੇ ਮੈਂ ਕਹਾਂਗਾ ਵੀ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦੋਨੇ ਸਰਕਾਰਾਂ ਇਹ ਕੋਵਿਡ ਨੂੰ ਕੰਟਰੋਲ ਕਰਨ ਦੇ ਵਿੱਚ, ਇਹਨੂੰ ਨੱਥ ਪਾਉਣ ਦੇ ਵਿੱਚ ਅਸਫਲ ਰਹੀਆਂ। ਮੈਂ ਵਿਸ਼ੇਸ਼ ਤੌਰ ਤੇ ਪੰਜਾਬ ਦੀ ਗੱਲ ਕਰਾਂਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਬਹੁਤ ਵੱਡੀਆਂ ਘਾਟਾਂ ਦੇਖਣ ਨੂੰ ਮਿਲੀਆਂ, ਇੱਕ ਤਾਂ ਜੋ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਹੈ ਸਿਹਤ ਸੇਵਾਵਾਂ ਦਾ, ਉਹਦੀ ਬੜੀ ਵੱਡੀ ਕਿੱਲਤ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਖਾਸ ਤੌਰ ਤੇ ਜਦ 1 ਸਾਲ ਪਹਿਲਾਂ ਪਤਾ ਚੱਲ ਗਿਆ ਸੀ ਵੀ ਕੋਵਿਡ ਹੋ ਚੁੱਕਿਆ ਹੈ, ਕੋਵਿਡ ਦੀ ਮਹਾਮਾਰੀ ਵੱਧਦੀ ਜਾ ਰਹੀ ਹੈ, ਉਸ ਤੋਂ ਬਾਅਦ ਜਿਹੜੇ ਸਾਡੇ ਮਾਹਰ ਨੇ, ਵਾਇਰੋਲੋਜਿਸਟ ਨੇ, ਉਹਨਾਂ ਨੇ ਵੀ ਦੂਜੀ ਜਿਹੜੀ ਲਹਿਰ ਹੈ ਉਹਦੇ ਬਾਰੇ ਚਿੰਤਾ ਪਹਿਲਾਂ ਜ਼ਾਹਿਰ ਕਰ ਦਿੱਤੀ ਸੀ। ਤਾਂ ਇਹ 7-8 ਮਹੀਨੇ ਦਾ ਸਮਾਂ ਪੰਜਾਬ ਸਰਕਾਰ ਨੂੰ ਸਾਰੇ ਪ੍ਰਬੰਧ ਪੁਖਤਾ ਕਰਨ ਲਈ ਇਹਨੂੰ ਵਰਤਣਾ ਚਾਹੀਦਾ ਸੀ। ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਾਂਗਰਸੀਆਂ ਦਾ ਮੁੱਖ ਕੰਮ ਤਾਂ ਸ਼ਰਾਬ ਦਾ ਹੈ। ਸਰਕਾਰ ਤਾਂ ਇਹ ਪਾਰਟ ਟਾਈਮ ਚਲਾ ਰਹੀ ਹੈ, ਇਸ ਕਰਕੇ ਸਰਕਾਰ ਦੇ ਕਾਰੋਬਾਰ ਨੂੰ ਪਹਿਲ ਦਿੱਤੀ ਜਾ ਰਹੀ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਾਂਗਰਸ ਦੀ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਜੋ ਕੋਵਿਡ ਦੀ ਆੜ ਦੇ ਵਿੱਚ ਫੈਸਲੇ ਲਏ ਜਾ ਰਹੇ ਨੇ ਉਹ ਜ਼ਮੀਨੀ ਹਕੀਕਤਾਂ ਨੂੰ ਬਿਨਾਂ ਸਮਝੇ ਲਏ ਜਾ ਰਹੇ ਨੇ। ਰੂਪਨਗਰ ਭਾਖੜਾ ਨਹਿਰ ਵਿੱਚੋਂ ਕੋਰੋਨਾ ਦੇ ਇਲਾਜ ਲਈ ਵਰਤੇ ਜਾਣ ਵਾਲੇ ਮਿਲੇ ਇੰਜੈਕਸ਼ਨਾਂ ਦੇ ਮਾਮਲੇ ਸੰਬੰਧੀ ਪੁੱਛੇ ਸਵਾਲ ਉੱਤੇ ਡਾਕਟਰ ਚੀਮਾ ਨੇ ਇਸ ਮਾਮਲੇ ਨੂੰ ਹਰਿਆਣਾ ਵਿੱਚ ਨਕਲੀ ਦਵਾਈਆਂ ਦੇ ਮਾਮਲੇ ਵਿੱਚ ਫੜੇ ਕਿੰਗ ਪਿੰਡ ਨਾਲ ਸੰਬੰਧਿਤ ਹੋਣ ਦਾ ਸ਼ੱਕ ਜ਼ਾਹਿਰ ਕਰਦੇ ਹੋਏ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦਰਅਸਲ ਰੂਪਨਗਰ ਪੰਜਾਬ ਸਰਕਾਰ ਵੱਲੋਂ ਜੋ ਲਾਕਡਾਊਨ ਦੇ ਨਿਯਮਾਂ ਵਿੱਚ ਫੇਰ ਬਦਲ ਕਰਦੇ ਹੋਏ ਸ਼ਰਾਬ ਦੇ ਠੇਕੇ ਨੂੰ ਜ਼ਰੂਰੀ ਸੇਵਾਵਾਂ ਵਿੱਚ ਸ਼ਾਮਿਲ ਕਰਦੇ ਹੋਏ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸ ਨੂੰ ਲੈ ਕੇ ਮੀਡੀਆ ਵੱਲੋਂ ਰੋਪੜ ਪਹੁੰਚੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਜਦੋਂ ਇਹ ਸਵਾਲ ਕੀਤਾ ਤਾਂ ਉਹਨਾਂ ਨੇ ਕਾਂਗਰਸ ਸਰਕਾਰ ਉੱਤੇ ਵੱਡੇ ਸ਼ਬਦੀ ਹਮਲੇ ਕੀਤੇ ਨੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਛੋਟੀ ਜਿਹੀ ਸੇਵਾ ਜਿਹੜੀ ਹੈ ਉਹ ਕਰੋਨਾ ਤੋਂ ਜਿਹੜੇ ਪੀੜਿਤ ਪਰਿਵਾਰ ਹੈ, ਜਿਹੜੇ ਘਰਾਂ ਦੇ ਵਿੱਚ ਇਕਾਂਤਵਾਸ ਹੈ, ਉਹਨਾਂ ਦੀ ਸੇਵਾ ਵਾਸਤੇ ਜਿਹੜੀ ਹੈ ਉਹ ਸ਼ੁਰੂ ਕਰ ਲਈ। ਕਿਉਂਕਿ ਅਸੀਂ ਦੇਖ ਰਹੇ ਸੀ ਕਿ ਜਿਹੜੇ ਮਰੀਜ਼ ਹਸਪਤਾਲਾਂ ਦੇ ਵਿੱਚ ਐਡਮਿਟ ਹੁੰਦੇ ਆ ਕਰੋਨਾ ਵਾਰਡ ਦੇ ਵਿੱਚ, ਉਹਨਾਂ ਨੂੰ ਤੇ ਹਸਪਤਾਲ ਵੱਲੋਂ ਖਾਣਾ ਵਗੈਰਾ ਤਿਆਰ ਕਰਕੇ ਉੱਥੇ ਦਿੱਤਾ ਜਾਂਦਾ, ਪਰ ਇਹ ਬਿਮਾਰੀ ਇਹੋ ਜਿਹੀ ਨਾਮਰਾਦ ਹੈ ਕਿ ਘਰ ਦੇ ਵਿੱਚ ਕਈ ਵਾਰੀ ਸਾਰਾ ਪਰਿਵਾਰ ਹੀ, ਬੀਬੀਆਂ ਵੀ, ਬਜ਼ੁਰਗ ਵੀ ਇਕੱਠੇ ਜਿਹੜੇ ਆ
ਉਹ ਬਿਸਤਰੇ ਤੇ ਪੈ ਜਾਂਦੇ ਤੇ ਕਈ ਦਿਨ ਕਾਫੀ ਤਕਲੀਫ ਦੇ ਵਿੱਚ ਰਹਿੰਦੇ, ਨਾ ਘਰ ਦੇ ਵਿੱਚ ਖਾਣਾ ਕੋਈ ਪਕਾ ਸਕਦਾ, ਨਾ ਕੋਈ ਹੋਰ ਕੰਮ ਕਰ ਸਕਦਾ। ਕਈ ਥਾਵਾਂ ਤੇ ਅਸੀਂ ਇਹ ਦਿੱਕਤ ਦੇਖੀ ਸੀ, ਚੰਡੀਗੜ੍ਹ ਦੇ ਵਿੱਚ ਵੀ ਅਸੀਂ ਇਹ ਸੇਵਾ ਸਾਡੇ ਪ੍ਰਧਾਨ ਚੰਡੀਗੜ੍ਹ ਦੇ ਸਰਦਾਰ ਹਰਦੀਪ ਸਿੰਘ ਪਟੇਲ ਨੇ ਸ਼ੁਰੂ ਕੀਤੀ ਸੀ ਕਿ ਕਈ ਬਜ਼ੁਰਗ ਇਕੱਲੇ ਰਹਿੰਦੇ ਆ, ਬੱਚੇ ਵਿਦੇਸ਼ਾਂ 'ਚ ਰਹਿੰਦੇ ਆ ਜਾਂ ਬਾਹਰ ਨੌਕਰੀਆਂ ਕਰਦੇ ਆ, ਮਾਤਾਵਾਂ ਇਕੱਲੀਆਂ ਰਹਿੰਦੀਆਂ, ਤੇ ਜਦੋਂ ਆਪ ਕਰੋਨਾ ਤੋਂ ਪੀੜਿਤ ਹੋ ਜਾਂਦੀਆਂ, ਘਰਾਂ 'ਚ ਕਾਤਵਾਸ ਹੁੰਦੀਆਂ, ਉਹਨਾਂ ਨੂੰ ਰੋਟੀ ਪਾਣੀ ਬਣਾਉਣ ਦੇ ਵਿੱਚ ਬਹੁਤ ਦਿੱਕਤ ਆਉਂਦੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੂੰ ਲੋੜ ਪੈਣ ਤੇ ਨਵੀਆਂ ਸਖਤ ਪਾਬੰਦੀਆਂ ਲਗਾਉਣ ਤੇ ਸ਼ਨੀਚਰਵਾਰ ਨੂੰ ਕਿਸਾਨ ਸੰਘਰਸ਼ ਮੋਰਚੇ ਦੇ ਲਾਕਡਾਊਨ ਵਿਰੋਧੀ ਮੁਜ਼ਾਹਰੇ ਦੇ ਮੱਦੇਨਜ਼ਰ ਉਲੰਘਣਾ ਹੋਣ ਤੇ ਸਖਤੀ ਨਾਲ ਨਿਪਟਣ ਦੇ ਹੁਕਮ ਦਿੱਤੇ ਨੇ। ਮੁੱਖ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਗੈਰ ਜ਼ਰੂਰੀ ਦੁਕਾਨਾਂ ਅਤੇ ਪ੍ਰਾਈਵੇਟ ਦਫ਼ਤਰ ਰੋਟੇਸ਼ਨ ਦੇ ਆਧਾਰ ਉੱਤੇ ਖੋਲੇ ਜਾਣ ਨੂੰ ਛੱਡ ਕੇ ਬਾਕੀ ਮੌਜੂਦਾ ਰੋਕਾਂ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਨੇ ਡੀਜੀਪੀ ਨੂੰ ਸੂਬੇ ਵਿੱਚ ਹਫ਼ਤਾਵਾਰੀ ਲਾਕਡਾਊਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਵੀ ਕਿਹਾ ਹੈ। ਕੈਪਟਨ ਨੇ ਕਿਹਾ ਹੈ ਕਿ 32 ਕਿਸਾਨ ਯੂਨੀਅਨਾਂ ਤੇ ਆਧਾਰਿਤ ਕਿਸਾਨ ਮੋਰਚੇ ਸੂਬਾ ਸਰਕਾਰ ਤੇ ਸ਼ਰਤਾਂ ਨਹੀਂ ਥੋਪ ਸਕਦਾ। ਉਹਨਾਂ ਨੇ ਬੰਦਿਸ਼ਾਂ ਤੇ ਉਲੰਘਣਾ ਦੀ ਸੂਰਤ 'ਚ ਸਖਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਰੋਕਾਂ ਦੀ ਉਲੰਘਣਾ ਕਰਕੇ ਕੋਈ ਵੀ ਦੁਕਾਨ ਖੋਲੀ ਗਈ ਤਾਂ ਦੁਕਾਨ ਮਾਲਕ ਉੱਤੇ ਵੀ ਕਾਨੂੰਨੀ ਕਾਰਵਾਈ ਹੋਵੇਗੀ। ਮੇਰੇ ਵੀਰੋ ਤੇ ਭੈਣੋ, ਅੱਜ ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ਇਸ ਕੋਵਿਡ ਦੇ ਸੰਬੰਧ ਵਿੱਚ ਕਰੋਨਾ ਜਿਹੜੀ ਬਿਮਾਰੀ ਫੈਲੀ ਹੋਈ ਹੈ, ਮਹਾਮਾਰੀ ਫੈਲੀ ਹੋਈ ਹੈ, ਉਹਦੇ ਬਾਰੇ ਗੱਲ ਕਰਨਾ ਚਾਹੁੰਦਾ। ਮੈਂ 2 ਵਾਰ ਕਰ ਚੁੱਕਿਆ ਪਹਿਲਾਂ, ਲੇਕਿਨ ਆਪਣੇ ਹਾਲਾਤ ਹੁਣ ਇੰਨੇ ਵਿਗੜ ਰਹੇ ਨੇ ਕਿ ਜ਼ਰੂਰਤ ਮੈਂ ਸਮਝਿਆ ਕਿ ਤੁਹਾਡੇ ਨਾਲ ਮੈਂ ਗੱਲ ਕਰਾਂ। 8,874 ਨਵੇਂ ਕੇਸ ਹੋਏ ਨੇ ਕੱਲ੍ਹ, ਔਰ 154 ਬੰਦਿਆਂ ਦੀ ਮੌਤ ਹੋਈ ਹੈ ਉਸ 'ਚ। ਤਾਂ ਹੀ ਅਸੀਂ ਸਰਕਾਰ ਨੂੰ ਕਈ ਕਦਮ ਚੱਕਣੇ ਪਏ ਜਿਹਦੇ ਨਾਲ ਅਸੀਂ ਇਸ ਨੂੰ ਕਿਸੇ ਤਰੀਕੇ ਨਾਲ ਰੋਕ ਸਕੀਏ। ਨਾ ਰੋਕਣ ਦਾ ਤਰੀਕਾ ਇੱਕ ਹੋਇਆ ਕਿ ਫੈਲੇ ਨਾ, ਔਰ ਫੈਲਣ ਵਾਸਤੇ ਅਸੀਂ ਕੁਝ ਕਦਮ ਉਠਾਏ ਨੇ। ਦੁਕਾਨਾਂ ਦਾ ਟਾਈਮ ਰੱਖਿਆ, ਕੁਝ ਹੋਰ ਚੀਜ਼ਾਂ ਰੱਖੀਆਂ ਨੇ ਤਾਂ ਕਿ ਲੋਕਾਂ ਦਾ ਜ਼ਿਆਦਾ ਉੱਥੇ ਇਕੱਠ ਨਾ ਹੋਵੇ। ਜਦੋਂ ਇਕੱਠ ਹੁੰਦਾ ਉਹਦੇ ਨਾਲ ਗੱਲ ਇਹ ਫੈਲਦੀ ਹੈ। ਤਾਂ ਇਹ ਕੁਝ ਕਦਮ ਇਹੋ ਜਿਹੇ ਚੱਕੇ ਨੇ, ਕਈ ਐਲਾਨ ਕੀਤੇ ਗਏ ਨੇ, ਔਰ ਉਹ ਇਸੇ ਸੰਬੰਧ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਕਰੋਨਾ ਨੂੰ ਰੋਕੀਏ। ਤਾਂ ਮੈਂ ਅੱਜ ਹੁਣ ਪਹਿਲਾਂ ਤਾਂ ਇਹ ਪਿਛਲੇ ਸਾਲ ਜਦੋਂ ਹੋਇਆ ਸੀ ਇਹ ਸ਼ਹਿਰਾਂ ਦੇ ਵਿੱਚ ਸੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਵਗੈਰਾ ਇੱਧਰਲੇ ਪਾਸੇ। ਲੇਕਿਨ ਹੁਣ ਇਹ ਨਵੀਂ ਜਿਹੜੀ ਬਿਮਾਰੀ ਆਈ ਹੈ ਜਿਹਨੂੰ UK ਸਟ੍ਰੇਨ ਕਹਿੰਦੇ ਨੇ, ਇਹ ਹੁਣ ਪਿੰਡਾਂ ਦੇ ਵਿੱਚ ਜਾ ਰਹੀ ਹੈ ਔਰ ਛੋਟੀ ਉਮਰ ਦੇ ਲੋਕਾਂ ਨੂੰ ਵੀ ਲੱਗ ਰਹੀ ਹੈ। ਪਹਿਲਾਂ ਤਾਂ ਬਜ਼ੁਰਗਾਂ ਨੂੰ ਲੱਗਦੀ ਸੀ, ਹੁਣ ਛੋਟੇ ਉਮਰ ਦੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮਹਿਕਮੇ ਦੇ ਸੰਬੰਧਿਤ ਅਧਿਕਾਰੀਆਂ ਨੂੰ ਸੋਮਵਾਰ ਤੋਂ 18 ਤੋਂ 45 ਸਾਲ ਉਮਰ ਵਰਗ ਦੇ ਤਰਜੀਹੀ ਗਰੁੱਪਾਂ ਦੇ ਟੀਕਾਕਰਨ ਲਈ ਤਿਆਰੀਆਂ ਕਰਨ ਵਾਸਤੇ ਆਖ ਦਿੱਤਾ ਹੈ। ਪੰਜਾਬ ਨੂੰ ਅਗਲੇ 2 ਦਿਨਾਂ ਭਾਵ ਵੀਕਐਂਡ ਵਿੱਚ ਪੁਣੇ ਆਧਾਰਿਤ ਭਾਰਤੀ ਸੀਰਮ ਇੰਸਟੀਚਿਊਟ ਤੋਂ ਕਰੋਨਾ ਵੈਕਸੀਨ ਕੋਵਿਸ਼ੀਲਡ ਦੀਆਂ 1 ਲੱਖ ਖੁਰਾਕਾਂ ਮਿਲਣ ਦੀ ਉਮੀਦ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਖੁਰਾਕਾਂ ਦੇ ਮਿਲਦੇ ਸਾਰ ਹੀ ਸੂਬਾ ਸਰਕਾਰ ਵੱਲੋਂ ਫੇਜ਼ 3 ਲਈ ਸ਼ਨਾਖਤ ਕੀਤੇ ਤਰਜੀਹੀ ਗਰੁੱਪਾਂ ਵਾਸਤੇ ਟੀਕਾਕਰਨ ਦੀ ਸ਼ੁਰੂਆਤ ਹੋ ਜਾਵੇਗੀ। ਸੂਬਾ ਸਰਕਾਰ ਨੇ 18 ਤੋਂ 45 ਸਾਲ ਉਮਰ ਵਰਗ ਵਿੱਚ ਉਸਾਰੀ ਵਰਕਰਜ਼, ਅਧਿਆਪਕ, ਸਰਕਾਰੀ ਕਰਮਚਾਰੀ ਅਤੇ ਵੱਧ ਜੋਖਿਮ ਵਾਲੇ ਵਿਅਕਤੀਗਤ ਲੋਕ ਜੋ ਵੱਖ-ਵੱਖ ਬਿਮਾਰੀਆਂ ਨਾਲ ਗ੍ਰਸਤ ਹਨ ਨੂੰ ਟੀਕਾਕਰਨ ਲਈ ਤਰਜੀਹੀ ਗਰੁੱਪ ਵਿੱਚ ਸ਼ਾਮਿਲ ਕੀਤਾ ਹੈ। ਮੁੱਖ ਮੰਤਰੀ ਜੋ ਕੋਵਿਡ ਸਮੀਖਿਆ ਸੰਬੰਧੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਨੇ ਮੈਡੀਕਲ ਦਿੱਕਤਾਂ ਵਾਲਿਆਂ ਨੂੰ ਛੱਡ ਕੇ ਸਾਰੇ ਸਰਕਾਰੀ ਕਰਮਚਾਰੀਆਂ ਦੇ ਟੀਕਾਕਰਨ ਲਈ ਨਿਰਦੇਸ਼ ਦੇ ਦਿੱਤੇ ਨੇ। ਹਾਲ ਦੀ ਘੜੀ ਲੋੜੀਂਦੀਆਂ ਖੁਰਾਕਾਂ ਨਹੀਂ ਮਿਲਦੀਆਂ। ਇਸੇ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਪੰਜਾਬ ਕੋਲ 18 ਤੋਂ 45 ਸਾਲ ਉਮਰ ਵਰਗ ਦੇ ਤਰਜੀਹੀ ਗਰੁੱਪਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕੇ ਲਾਉਣ ਲਈ ਵੈਕਸੀਨ ਦੀ ਇੱਕ ਵੀ ਖੁਰਾਕ ਮੌਜੂਦ ਨਹੀਂ ਹੈ। ਦਿੱਲੀ ਹਾਈ ਕੋਰਟ ਵਿੱਚ ਇੱਕ ਜਨਤਕ ਪਟੀਸ਼ਨ ਦਾਖਲ ਕਰਕੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਵਿਦਿਅਕ ਸੈਸ਼ਨ 2020-21 ਵਿੱਚ ਬੋਰਡ ਪ੍ਰੀਖਿਆ ਦੇਣ ਵਾਲੇ 10ਵੀਂ 12ਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਕੋਵਿਡ-19 ਰੋਕੂ ਟੀਕੇ ਲਗਾਉਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਚੀਫ ਜਸਟਿਸ DN ਪਟੇਲ ਤੇ ਜਸਟਿਸ ਜਸਮੀਤ ਸਿੰਘ ਨੇ ਕੇਂਦਰੀ ਸਿਹਤ ਮੰਤਰਾਲੇ ਤੇ ਸਿੱਖਿਆ ਮਹਿਕਮੇ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ 3 ਵਕੀਲਾਂ ਵੱਲੋਂ ਪਾਈ ਗਈ ਉਕਤ ਪਟੀਸ਼ਨ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਆਖਿਆ ਹੈ। ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਕੋਵਿਡ-19 ਲਈ ਜੋ ਟੀਕੇ ਇਸਤੇਮਾਲ ਕੀਤੇ ਜਾ ਰਹੇ ਨੇ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੀ ਲਾਏ ਜਾ ਸਕਦੇ ਨੇ। ਦਿੱਲੀ ਸਰਕਾਰ ਦੇ ਵਕੀਲ ਸੰਤੋਸ਼ ਕੇ ਤ੍ਰਿਪਾਠੀ ਤੇ ਕੇਂਦਰ ਸਰਕਾਰ ਦੇ ਵਕੀਲ ਮੋਨਿਕਾ ਅਰੋੜਾ ਨੇ ਦੱਸਿਆ ਹੈ ਕਿ 10ਵੀਂ ਤੇ ਇਮਤਿਹਾਨ ਰੱਦ ਕੀਤੇ ਜਾ ਚੁੱਕੇ ਹਨ, ਜਦੋਂ ਕਿ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਫੈਸਲਾ 1 ਜੂਨ ਨੂੰ ਲਿਆ ਜਾਣਾ ਹੈ। ਬੀਤੀ ਦੇਰ ਸ਼ਾਮ ਨੂੰ ਵਿਜੀਲੈਂਸ ਵਿਭਾਗ ਪੁਲਿਸ ਤਰਨਤਾਰਨ DSP ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸਰਕਾਰੀ ਹਸਪਤਾਲ ਖੇਮਕਰਨ ਵਿੱਚ 2 ਫਾਰਮਾਸਿਸਟ ਡਾਕਟਰ ਸੁਰੇਸ਼ ਕੁਮਾਰ ਅਤੇ ਸੁਖਪਾਲ ਸਿੰਘ ਨੂੰ 40,000 ਰੁਪਏ ਰਿਸ਼ਵਤ ਲੈਂਦੇ ਰੰਗੀ ਹੱਥੀ ਕਾਬੂ ਕਰ ਲਿਆ ਗਿਆ, ਜਿਨ੍ਹਾਂ ਵਿਰੁੱਧ ਵਿਜੀਲੈਂਸ ਥਾਣਾ ਅੰਮ੍ਰਿਤਸਰ ਵਿਖੇ ਪਰਚਾ ਦਰਜ ਕਰਕੇ ਤਰਨਤਾਰਨ ਮਾਨਯੋਗ ਉਚਿਤ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ।
ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਨੇ ਮੁੱਖ ਮੰਤਰੀ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਅਤੇ ਗਿੱਦੜਬਾਹਾ ਦੇ ਐਸਐਚਓ ਖਿਲਾਫ ਕਾਰਵਾਈ ਦੀ ਮੰਗ ਕੀਤੀ। ਰਾਜਾ ਵੜਿੰਗ ਨੇ ਆਪਣੀ ਸਫਾਈ ਵਿੱਚ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਦੜਬਾਹਾ ਦੇ ਇੰਚਾਰਜ ਡਿੰਪੀ ਢਿੱਲੋਂ ਤੇ ਸਵਰਗੀ ਪਿਤਾ ਦੇ ਭੋਗ ਤੇ ਇਕੱਠ ਹੋਣ ਦਾ ਦੋਸ਼ ਲਾ ਕੇ ਜ਼ਿਲ੍ਹਾ ਪੁਲਿਸ ਮੁਖੀ ਮੁਕਤਸਰ ਦੀ ਹਦਾਇਤ ਤੇ ਗਿੱਦੜਬਾਹਾ ਪੁਲਿਸ ਨੇ ਧਾਰਾ 188 ਤਹਿਤ ਮੁਕੱਦਮਾ ਦਰਜ ਕੀਤਾ ਹੈ ਅਤੇ ਇਹ ਕਾਰਵਾਈ ਅਸਹਿਣਯੋਗ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਸੀ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਫਾਈ ਦਿੱਤੀ ਹੈ ਕਿ ਆਪਣੇ ਸਿਆਸੀ ਵਿਰੋਧੀਆਂ ਤੇ ਅਜਿਹੇ ਦੁੱਖ ਦੀ ਘੜੀ ਵਿੱਚ ਉਹਨਾਂ ਨਾਲ ਪੂਰੀ ਹਮਦਰਦੀ ਹੈ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਡਿੰਪੀ ਢਿੱਲੋਂ ਦੇ ਖਿਲਾਫ ਮੁਕੱਦਮਾ ਦਰਜ ਕਰਨਾ ਮੇਰੇ ਸਿਆਸੀ ਭਵਿੱਖ ਨੂੰ ਜਾਣਬੁੱਝ ਕੇ ਧੁੰਦਲਾ ਕਰਨ ਦੀ ਇੱਕ ਸਾਜ਼ਿਸ਼ ਪਿੱਛੇ ਕੌਣ ਹੈ, ਇਸ ਬਾਰੇ ਉਹ ਘੋਖ ਕਰਨਗੇ। ਔਰ ਜਦੋਂ ਮੈਂ ਉੱਠਿਆ ਤੇ ਮੈਂ ਉਹਨੂੰ ਗੌਰ ਨਾਲ ਵੇਖਿਆ ਉਸ FIR ਨੂੰ, ਉਹਦਾ ਤੇ ਲਿਖਿਆ ਸੀ ਸ਼ਿਵਰਾਜ ਸਿੰਘ ਢਿੱਲੋਂ, ਤੇ ਮੈਂ ਪੜ੍ਹਿਆ ਉਹਨੂੰ ਗੌਰ ਨਾਲ। ਫਿਰ ਉੱਤੇ ਲਿਖਿਆ ਸੀ ਕਮੈਂਟ ਕਿ ਕਿੰਨਾ ਘਟੀਆ ਰਾਜਾ ਵੜਿੰਗ। ਇਹਦੀ ਸੋਚ ਵੇਖੋ ਕਿ ਪਾਲਣ ਕਰਨ ਵਾਲੇ ਤੇ ਵੀ ਪਰਚਾ ਦਵਾਤਾ, ਜਿਹੜੀਆਂ ਹਦਾਇਤਾਂ ਪਾਲਣ ਕਰਨ ਵਾਲੇ ਤੇ ਵੀ, ਕਾਨੂੰਨ ਦੀਆਂ ਹਦਾਇਤਾਂ ਪਾਲਣ ਕਰਨ ਵਾਲੇ ਤੇ ਵੀ ਪਰਚਾ ਦੇਤਾ। ਮੈਨੂੰ ਲੱਗਦਾ ਉਹ ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਫਾਦਰ ਦਾ ਭੋਗ ਦੀ ਗੱਲ ਕਰ ਰਹੇ ਹੈ, ਜਿਨ੍ਹਾਂ ਦੀ ਪਿਛਲੇ ਦਿਨੀ ਮੌਤ ਹੋ ਗਈ। ਮੈਨੂੰ ਉਹਨਾਂ ਦੀ ਮੌਤ ਦੇ ਬੇਹੱਦ ਅਫਸੋਸ ਹੈ ਕਿ ਕਿਸੇ ਵੀ ਬਜ਼ੁਰਗ ਦਾ ਚਲੇ ਜਾਣਾ ਔਰ ਕਿਸੇ ਦੇ ਵੀ ਬਾਪ ਦਾ ਚਲੇ ਜਾਣਾ ਬੇਹੱਦ ਦੁਖਦਾਈ ਘਟਨਾ ਹੈ, ਮਾੜੀ ਗੱਲ ਹੈ। ਪਰਮਾਤਮਾ ਹਰੇਕ ਦੇ ਪਿਤਾ ਨੂੰ, ਦੁਸ਼ਮਣ ਦੇ ਪਿਤਾ ਨੂੰ ਵੀ, ਮਾਂ ਪਿਓ ਨੂੰ, ਪਰਿਵਾਰ ਵਾਲਿਆਂ ਨੂੰ ਤੰਦਰੁਸਤੀ ਦੇਵੇ। ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਨੇ ਮੁੱਖ ਮੰਤਰੀ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਅਤੇ ਗਿੱਦੜਬਾਹਾ ਦੇ ਐਸਐਚਓ ਖਿਲਾਫ ਕਾਰਵਾਈ ਦੀ ਮੰਗ ਕੀਤੀ। ਰਾਜਾ ਵੜਿੰਗ ਨੇ ਆਪਣੀ ਸਫਾਈ ਵਿੱਚ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਦੜਬਾਹਾ ਦੇ ਇੰਚਾਰਜ ਡਿੰਪੀ ਢਿੱਲੋਂ ਤੇ ਸਵਰਗੀ ਪਿਤਾ ਦੇ ਭੋਗ ਤੇ ਇਕੱਠ ਹੋਣ ਦਾ ਦੋਸ਼ ਲਾ ਕੇ ਜ਼ਿਲ੍ਹਾ ਪੁਲਿਸ ਮੁਖੀ ਮੁਕਤਸਰ ਦੀ ਹਦਾਇਤ ਤੇ ਗਿੱਦੜਬਾਹਾ ਪੁਲਿਸ ਨੇ ਧਾਰਾ 188 ਤਹਿਤ ਮੁਕੱਦਮਾ ਦਰਜ ਕੀਤਾ ਹੈ ਅਤੇ ਇਹ ਕਾਰਵਾਈ ਅਸਹਿਣਯੋਗ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਸ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਸੀ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਫਾਈ ਦਿੱਤੀ ਹੈ ਕਿ ਆਪਣੇ ਸਿਆਸੀ ਵਿਰੋਧੀਆਂ ਤੇ ਅਜਿਹੇ ਦੁੱਖ ਦੀ ਘੜੀ ਵਿੱਚ ਉਹਨਾਂ ਨਾਲ ਪੂਰੀ ਹਮਦਰਦੀ ਹੈ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਡਿੰਪੀ ਢਿੱਲੋਂ ਦੇ ਖਿਲਾਫ ਮੁਕੱਦਮਾ ਦਰਜ ਕਰਨਾ ਮੇਰੇ ਸਿਆਸੀ ਭਵਿੱਖ ਨੂੰ ਜਾਣਬੁੱਝ ਕੇ ਧੁੰਦਲਾ ਕਰਨ ਦੀ ਇੱਕ ਸਾਜ਼ਿਸ਼ ਪਿੱਛੇ ਕੌਣ ਹੈ, ਇਸ ਬਾਰੇ ਉਹ ਘੋਖ ਕਰਨਗੇ। ਔਰ ਜਦੋਂ ਮੈਂ ਉੱਠਿਆ ਤੇ ਮੈਂ ਉਹਨੂੰ ਗੌਰ ਨਾਲ ਵੇਖਿਆ ਉਸ FIR ਨੂੰ, ਉਹਦਾ ਤੇ ਲਿਖਿਆ ਸੀ ਸ਼ਿਵਰਾਜ ਸਿੰਘ ਢਿੱਲੋਂ, ਤੇ ਮੈਂ ਪੜ੍ਹਿਆ ਉਹਨੂੰ ਗੌਰ ਨਾਲ। ਫਿਰ ਉੱਤੇ ਲਿਖਿਆ ਸੀ ਕਮੈਂਟ ਕਿ ਕਿੰਨਾ ਘਟੀਆ ਰਾਜਾ ਵੜਿੰਗ। ਇਹਦੀ ਸੋਚ ਵੇਖੋ ਕਿ ਪਾਲਣ ਕਰਨ ਵਾਲੇ ਤੇ ਵੀ ਪਰਚਾ ਦਵਾਤਾ, ਜਿਹੜੀਆਂ ਹਦਾਇਤਾਂ ਪਾਲਣ ਕਰਨ ਵਾਲੇ ਤੇ ਵੀ, ਕਾਨੂੰਨ ਦੀਆਂ ਹਦਾਇਤਾਂ ਪਾਲਣ ਕਰਨ ਵਾਲੇ ਤੇ ਵੀ ਪਰਚਾ ਦੇਤਾ। ਮੈਨੂੰ ਲੱਗਦਾ ਉਹ ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਫਾਦਰ ਦਾ ਭੋਗ ਦੀ ਗੱਲ ਕਰ ਰਹੇ ਹੈ, ਜਿਨ੍ਹਾਂ ਦੀ ਪਿਛਲੇ ਦਿਨੀ ਮੌਤ ਹੋ ਗਈ। ਮੈਨੂੰ ਉਹਨਾਂ ਦੀ ਮੌਤ ਦੇ ਬੇਹੱਦ ਅਫਸੋਸ ਹੈ ਕਿ ਕਿਸੇ ਵੀ ਬਜ਼ੁਰਗ ਦਾ ਚਲੇ ਜਾਣਾ ਔਰ ਕਿਸੇ ਦੇ ਵੀ ਬਾਪ ਦਾ ਚਲੇ ਜਾਣਾ ਬੇਹੱਦ ਦੁਖਦਾਈ ਘਟਨਾ ਹੈ, ਮਾੜੀ ਗੱਲ ਹੈ। ਪਰਮਾਤਮਾ ਹਰੇਕ ਦੇ ਪਿਤਾ ਨੂੰ, ਦੁਸ਼ਮਣ ਦੇ ਪਿਤਾ ਨੂੰ ਵੀ, ਮਾਂ ਪਿਓ ਨੂੰ, ਪਰਿਵਾਰ ਵਾਲਿਆਂ ਨੂੰ ਤੰਦਰੁਸਤੀ ਦੇਵੇ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਪੱਕੇ ਮੋਰਚੇ ਲਗਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਦਿੱਲੀ ਵਿਖੇ ਚੱਲ ਰਹੇ ਧਰਨੇ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਜਾ ਕੇ ਜਥੇਬੰਦੀਆਂ ਵੱਲੋਂ ਕਿਸਾਨ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ BKU ਉਗਰਾਹਾਂ ਵੱਲੋਂ ਪਿੰਡ ਅਲੀਸ਼ੇਰ ਦੇ ਵਿੱਚ ਕਿਸਾਨ ਮਜ਼ਦੂਰਾਂ ਔਰਤਾਂ ਨਾਲ ਮੀਟਿੰਗ ਕੀਤੀ ਗਈ ਅਤੇ ਦਿੱਲੀ ਜਾਣ ਲਈ ਲਾਮਬੰਦ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹ ਹਰ ਯਤਨ ਕਰਨਗੇ, ਚਾਹੇ
ਆਪਣੀਆਂ ਜਾਨਾਂ ਕੁਰਬਾਨ ਕਰ ਦੇਣ। ਉੱਥੇ ਕਿਸਾਨ ਆਗੂਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਸਰਕਾਰ ਵੱਲੋਂ ਆਮ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਦਿਖਾਈ ਦੇ ਰਹੇ ਨੇ, ਕਿਉਂਕਿ ਹਸਪਤਾਲਾਂ ਦੇ ਵਿੱਚ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ, ਜਿਸ ਕਰਕੇ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ। ਸਿਲਸਿਲਾ ਜਿਹੜਾ ਅਸੀਂ ਲਗਾਤਾਰ ਮਾਨਸਾ ਦੇ ਵਿੱਚ ਸ਼ੁਰੂ ਕੀਤਾ ਹੋਇਆ ਪੂਰੇ ਪੰਜਾਬ 'ਚ ਵੀ, ਕਿਉਂਕਿ ਸਾਡੀ ਜਥੇਬੰਦੀ ਦਾ ਬਕਾਇਦਾ ਫੈਸਲਾ ਹੈ ਜੋ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਹੈ, ਜੋ ਅਜੇ ਆਏ ਨਹੀਂ ਪਤਾ ਕਿ ਉਹ ਸਾਲ ਚੱਲੇ, 1.5 ਸਾਲ ਚੱਲੇ ਜਾਂ ਮਹੀਨਾ ਬੱਧੀ ਚੱਲੇ। ਉਸ ਮੋਰਚੇ ਦੇ ਵਿੱਚ ਲਗਾਤਾਰ ਜਿਹੜੀ ਲੋਕਾਂ ਦੀ ਸ਼ਮੂਲੀਅਤ ਗਿਣਤੀ ਵਧਾਉਣ ਲਈ ਜਾਂ ਉਹਦੇ ਕਾਨੂੰਨਾਂ ਦੇ ਕੀ ਮਾੜੇ ਅਸਰ ਪੈਣਗੇ, ਕਿਵੇਂ ਜ਼ਮੀਨਾਂ ਜਾਣਗੀਆਂ, 70% ਕਾਰੋਬਾਰ ਕਿਵੇਂ ਲੋਕਾਂ ਦਾ ਉੱਡ ਜੂਗਾ, ਕਿਵੇਂ ਲੋਕ ਫਿਰ ਭੁੱਖਮਰੀ ਦਾ ਸ਼ਿਕਾਰ ਹੋਣਗੇ। ਵੱਡੀਆਂ ਕੰਪਨੀਆਂ ਨੇ ਖੇਤੀ ਕਿਸਾਨਾਂ ਤੋਂ ਖੋਹ ਕੇ ਵੱਡੇ ਫਾਰਮ ਬਣਾਉਣੇ ਆ, ਸਾਰੀਆਂ ਗੱਲਾਂ ਕਿਸਾਨਾਂ ਕੋਲ ਅਸੀਂ ਰੱਖ ਰਹੇ ਹਾਂ ਤੇ ਲੋਕਾਂ ਨੂੰ ਉਸ ਮੋਰਚੇ ਵਿੱਚ ਆਪਦਾ ਬਣਦਾ ਹਿੱਸਾ ਪਾਉਣ ਦੀ ਕਹਿ ਰਹੇ ਹਾਂ। ਇਸ ਲਈ ਅੱਜ ਜਿਹੜੀ ਮੀਟਿੰਗ ਪਿੰਡ ਵਾਲੀ ਸ਼ੇਰਾਂ 'ਚ ਕੀਤੀ ਹੈ ਤੇ ਲੋਕਾਂ ਦਾ ਵਧੀਆ ਹੰਗਾਰਾ ਹੈ। ਮੋਰਚਾ ਜਿਹੜਾ ਸਾਡਾ ਹੋਰ ਮਜ਼ਬੂਤ ਹੋਊਗਾ। ਅੰਤ ਨੂੰ ਅਸੀਂ ਇਸ ਗੱਲ ਦੀ ਗਾਰੰਟੀ ਕਰਦੇ ਹਾਂ ਕਿ ਸਰਕਾਰ ਨੂੰ ਹਰਾ ਕੇ ਜਿੱਤ ਕੇ ਮੁੜਾਂਗੇ ਦਿੱਲੀ ਦੇ ਵਿੱਚ। ਦੇਸ਼ ਭਰ ਵਿੱਚ ਕਰੋਨਾ ਵੈਕਸੀਨ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦੇ ਆਮ ਜਨਤਾ ਨੂੰ ਹੋ ਰਹੀਆਂ ਅਸੁਵਿਧਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਿੱਚ ਹੁਸ਼ਿਆਰਪੁਰ ਤੋਂ ਇੱਕ ਅਲੱਗ ਮਾਮਲਾ ਹੀ ਦੇਖਣ ਨੂੰ ਮਿਲਿਆ ਹੈ, ਜਦੋਂ ਕਿ ਪਤੀ ਪਤਨੀ ਨੇ ਕਰੋਨਾ ਵੈਕਸੀਨ ਨੂੰ ਲਗਵਾਉਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਤਾਂ ਪਤਾ ਚੱਲਿਆ ਕਿ ਉਹਨਾਂ ਨੂੰ ਵੈਕਸੀਨ ਲੱਗ ਚੁੱਕੀ ਹੈ, ਜਿਸ ਦਾ ਬਕਾਇਦਾ ਵਿਭਾਗ ਨੇ ਸਰਟੀਫਿਕੇਟ ਵੀ ਜਾਰੀ ਕੀਤਾ ਹੈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਰਾਮ ਨਰੇਸ਼ ਅਤੇ ਉਹਨਾਂ ਦੀ ਪਤਨੀ ਪ੍ਰੀਤੀ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਇਆ, ਜਿੱਥੇ ਤੁਰੰਤ ਮੈਸੇਜ ਨਾਲ ਸਮਾਂ ਤੇ ਸਥਾਨ ਦੱਸਿਆ ਗਿਆ, ਜਿਸ ਤੇ ਉਹ 40 ਕਿਲੋਮੀਟਰ ਦੂਰ ਪਿੰਡ ਸ਼ੇਰਗੜ੍ਹ ਸੈਰੀ ਪਹੁੰਚੇ, ਜਿੱਥੇ ਉਹ ਹੈਰਾਨ ਤੇ ਪਰੇਸ਼ਾਨ ਹੋਏ ਜਦੋਂ ਪਤਾ ਚੱਲਿਆ ਕਿ ਉਹਨਾਂ ਦੇ ਵੈਕਸੀਨ ਲੱਗ ਚੁੱਕੀ ਹੈ, ਜਿਸ ਦਾ ਉਹਨਾਂ ਪਤੀ ਪਤਨੀ ਨੂੰ ਪਤਾ ਹੀ ਨਹੀਂ ਲੱਗਿਆ। ਪਰੇਸ਼ਾਨੀ ਤੋਂ ਬਾਅਦ ਪਤੀ ਪਤਨੀ ਨੇ ਵਿਭਾਗ ਅਤੇ ਅਧਿਕਾਰੀਆਂ ਨਾਲ ਸੰਪਰਕ ਵੀ ਕੀਤਾ, ਲੇਕਿਨ ਦਫ਼ਤਰ ਸਮਾਂ ਨਿਕਲ ਜਾਣ ਕਰਕੇ ਸੰਪਰਕ ਨਹੀਂ ਹੋਇਆ, ਜਿਸ ਦੇ ਚੱਲਦੇ ਉਹਨਾਂ ਨੂੰ ਇਹ ਸਮਝ नहीं आ रही कि उन्होंने कोरोना डोज कदों ते किवें मिलेगी। जब मैं सीएमओ से मिलने गया था सिविल हॉस्पिटल, तो वहाँ पे टाइम ज़्यादा हो गया था, 4:45 बज गए थे। तो वहाँ एक मैडम से मैं मिला था, नर्स से। उसने बोला कि वो सीएमओ साहब तो चले गए। तो मैंने कहा जी उनसे नीचे इंचार्ज कोई होगा? उसने कहा एसएमओ होते हैं जी। मैंने कहा उनसे मिला दो। उन्होंने कही जी कि वो भी चले गए। फिर उन्होंने कहा कि कल आप 8 बजे से 2 बजे तक वो बैठेंगे, आप आके मिलिएगा। मैंने उन्हें ये बताया कि मैडम ये बताइए, जब मुझे वैक्सीनेशन हुआ ही नहीं, मुझे टीका लगा ही नहीं, तो मेरे फ़ोन पे एक मैसेज आ गया, उसमें लिखा कि फर्स्ट डोज आपका सक्सेसफुली हो गया और मुझे टीका लगाया ही नहीं। फिर मैंने अपना पोर्टल खोला तो उसमें मेरी और मेरी वाइफ का दोनों का ही सर्टिफिकेट इशू हो गया कि उसमें इस डेट को आपको ये बैच नंबर का कौन सी वैक्सीन लगाई वो भी आ गई, और उसमें डॉक्टर का नाम भी आ रहा है, और ਅਸੀਂ ਉੱਥੇ गए ही नहीं और ना हमें टीका लगाया गया। हाँ, ये तो एक तरह से घपलाबाजी हो रही है जी। टीके बेचे जा रहे होंगे जो टीके नहीं लगे। ਆਪ ਵਿਧਾਇਕ ਅਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਆਗੂਆਂ ਨੂੰ ਸੱਤਾ ਦੀ ਲੜਾਈ ਛੱਡ ਕੇ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਯਤਨ ਕਰਨੇ ਚਾਹੀਦੇ ਨੇ। ਵਿਧਾਇਕ ਅਮੀਤ ਹੇਅਰ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਦੁਕਾਨਦਾਰਾਂ, ਟੈਕਸੀ, ਆਟੋ ਚਾਲਕ ਸਮੇਤ ਆਮ ਮਜ਼ਦੂਰਾਂ ਨੂੰ ਵਿੱਤੀ ਅਤੇ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ, ਪਰ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਵਿਧਾਇਕ ਤੇ ਮੰਤਰੀ ਆਪਸ ਵਿੱਚ ਹੀ ਉਲਝੇ ਪਏ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਸਮੇਤ ਕੇਬਲ ਮਾਫੀਆ ਤੋਂ ਪਰੇਸ਼ਾਨ ਹੋ ਚੁੱਕੇ ਨੇ ਅਤੇ ਉਹ ਇਸ ਮਾਫੀਆ ਰਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ। ਆਪ ਨੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸੂਬੇ 'ਚ ਵਾਧੀ ਮਹਿੰਗਾਈ, ਬਿਜਲੀ ਅਤੇ ਪਾਣੀ ਦੇ ਬਿੱਲਾਂ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਪਰ ਕੈਪਟਨ ਸਰਕਾਰ ਨੇ ਮੰਤਰੀ ਆਪਣੀਆਂ ਜੇਬਾਂ ਭਰਨ ਵਿੱਚ ਲੱਗੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਈਬਲ ਕਲਾਂ ਗੋਲੀकांड 'ਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ, ਕਿਉਂਕਿ ਇਹ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਉਹਨੂੰ ਛੱਡ ਕੇ ਪੰਜਾਬ ਦੇ ਲੋਕਾਂ ਵੱਲ ਧਿਆਨ ਦੇ। ਹੁਣ ਵੀ ਵਪਾਰੀ ਥੱਲੇ ਚੀਕਾਂ ਮਾਰ ਰਹੇ ਆ, ਲੋਕਾਂ ਦਾ ਜਲੂਸ ਨਿਕਲਿਆ ਪਿਆ। ਸਰਕਾਰ ਨੂੰ ਦੇਖਣਾ ਚਾਹੀਦਾ, ਠੀਕ ਹੈ ਲਾਕਡਾਊਨ ਲਾਉਣਾ ਜੇ ਜ਼ਰੂਰੀ ਵੀ ਹੈ ਤਾਂ ਤੁਸੀਂ ਲੋਕਾਂ ਦੀ ਕੋਈ ਸਾਰ ਤਾਂ ਲਵੋ। ਲੋਕ ਹੁਣ ਭੁੱਖੇ ਬੈਠੇ ਰਹਿਣ। ਅਸੀਂ ਦੇਖੋ ਇਸ ਮਹਾਮਾਰੀ ਦੇ ਵਿੱਚ ਜਿਹੜੀ ਚੱਲ ਰਹੀ ਹੈ, ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ। ਅਸੀਂ ਵੀ ਸਰਕਾਰ ਲੋਕਾਂ ਲਈ ਕੰਮ ਕਰੇ, ਅਸੀਂ ਸਰਕਾਰ ਦੇ ਨਾਲ ਆ, ਪਰ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ ਆਪਦੀਆਂ ਜਿਹੜੀਆਂ ਹੁਣ ਉਹਨਾਂ ਦੀ ਇੱਕ ਦੂਜੇ ਨਾਲ ਖਿੱਚੋਤਾਣ ਲੱਗੀ ਹੋਈ ਹੈ ਕੁਰਸੀ ਨੂੰ ਲੈ ਕੇ, ਜਾਂ ਵੀ ਆਉਣ ਵਾਲੇ ਸਮੇਂ ਸਾਡਾ ਲੀਡਰ ਉਹ ਕੌਣ ਹੋਊਗਾ, ਉਹਨੂੰ ਛੱਡ ਕੇ ਪੰਜਾਬ ਦੇ ਲੋਕਾਂ ਵੱਲ ਧਿਆਨ ਦੇਣਾ। ਲੋਕਾਂ ਵੱਲ ਧਿਆਨ ਦੇਣਾ। ਲੋਕ ਵਪਾਰੀ ਪੰਜਾਬ ਦੇ ਤਰਾ ਕਰ ਰਹੇ ਆ। ਬਿਜਲੀ ਤੁਸੀਂ ਪਹਿਲਾਂ ਜਦੋਂ ਲਾਕਡਾਊਨ ਹੋਇਆ ਉਦੋਂ ਵੀ ਕਿਹਾ ਤੁਹਾਨੂੰ ਅਸੀਂ ਜਿਹੜੀ ਆ ਮੁੱਦ ਦੇਵਾਂਗੇ, ਮੁੜ ਕੇ ਤੁਸੀਂ ਜਿਹੜੇ ਫਿਕਸ ਜਿਹੜਾ ਰੈਂਟ ਆਉਂਦਾ ਉਹ ਵੀ ਤੁਸੀਂ ਜਿਹੜਾ ਉਹ ਲਾ ਕੇ ਭੇਜਤਾ। ਸੋ ਸਰਕਾਰ ਨੂੰ ਚਾਹੀਦਾ
ਹੁਣ ਵੀ ਵਪਾਰੀ ਥੱਲੇ ਚੀਕਾਂ ਮਾਰ ਰਹੇ ਆ, ਲੋਕਾਂ ਦਾ ਜਲੂਸ ਨਿਕਲਿਆ ਪਿਆ। ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਠੀਕ ਹੈ, ਲਾਕਡਾਊਨ ਲਾਉਣਾ ਜੇ ਜ਼ਰੂਰੀ ਵੀ ਹੈ ਤਾਂ ਤੁਸੀਂ ਲੋਕਾਂ ਦੀ ਕੋਈ ਸਾਰ ਤਾਂ ਲਵੋ, ਲੋਕਾਂ ਨੂੰ ਕੋਈ ਉਹਦੇ ਵੱਟੇ ਕੰਪਨਸੇਸ਼ਨ ਤਾਂ ਦਿਓ ਤਾਂ ਕਿ ਲੋਕ ਆ ਜਿਹੜੇ ਉਹ ਘਰਾਂ 'ਚ ਬੈਠਣ। ਲੋਕ ਹੁਣ ਭੁੱਖੇ ਬੈਠੇ ਰਹਿਣ। ਸੋ ਸਰਕਾਰ ਨੂੰ ਮੈਂ ਦੁਬਾਰਾ ਕਹਿਣਾ ਕਿ ਬੜੀ ਦੇਰ ਕਰਤੀ, ਕੋਰਟ 'ਚ ਜਾਂਦੇ, ਬੜਾ ਪਹਿਲਾਂ ਜਾਣਾ ਚਾਹੀਦਾ ਸੀ। ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਅਮਰੀਕਾ ਨੇ ਹੁਣ ਤੱਕ ਭਾਰਤ ਦੀ ਮਦਦ ਲਈ ਐਮਰਜੈਂਸੀ ਸਪਲਾਈ ਵਾਲੇ 6 ਹਵਾਈ ਜਹਾਜ਼ ਭੇਜੇ ਨੇ। ਇਸ ਸਪਲਾਈ ਵਿੱਚ ਰੈਮਡੇਸਿਵਰ ਦੀ 1,25,000 ਵਾਇਲ, 1500 ਆਕਸੀਜਨ ਸਿਲੰਡਰ, 10 ਲੱਖ ਟੈਸਟ ਕਿੱਟ ਸ਼ਾਮਿਲ ਨੇ। 6 ਦਿਨਾਂ ਵਿੱਚ ਉਤਰੇ 6 ਜਹਾਜ਼ਾਂ ਰਾਹੀਂ 550 ਮੋਬਾਈਲ ਆਕਸੀਜਨ ਕੰਸਨਟਰੇਟਰ ਵੀ ਭੇਜੇ ਗਏ ਨੇ। ਇਹ ਹਵਾ ਤੋਂ ਆਕਸੀਜਨ ਬਣਾਉਣ ਦੇ ਸਮਰੱਥ ਹਨ। ਉਹਨਾਂ ਨੂੰ 5 ਸਾਲ ਤੋਂ ਵੱਧ ਸਮੇਂ ਲਈ ਵਰਤਿਆ ਜਾ ਸਕਦਾ ਹੈ ਤੇ ਇੱਕੋ ਵਾਰ ਲੋੜ ਮੁਤਾਬਿਕ ਕਈ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਸਕਦੀ ਹੈ। ਅਮਰੀਕਾ ਨੇ ਲੱਖਾਂ N95 ਮਾਸਕ ਵੀ ਭੇਜੇ ਨੇ ਜੋ ਕਿ ਮੈਡੀਕਲ ਪੇਸ਼ੇਵਰਾਂ ਤੇ ਹੋਰ ਫਰੰਟਲਾਈਨ ਵਰਕਰਾਂ ਨੂੰ ਦਿੱਤੇ ਜਾ ਰਹੇ ਨੇ। USAID ਮੁਤਾਬਿਕ ਇੱਕ ਵੱਡਾ ਆਕਸੀਜਨ ਕੰਸਨਟਰੇਟਰ ਢਾਂਚਾ ਵੀ ਭੇਜਿਆ ਜਾ ਚੁੱਕਿਆ ਹੈ। ਆਸਟ੍ਰੇਲੀਆ ਅਗਲੇ ਸ਼ਨੀਚਰਵਾਰ ਤੋਂ ਕੋਵਿਡ ਪ੍ਰਭਾਵਿਤ ਭਾਰਤ ਤੋਂ ਆਪਣੇ ਨਾਗਰਿਕਾਂ ਦੇ ਦੇਸ਼ ਪਰਤਣ ਤੇ ਲੱਗੀ ਪਾਬੰਦੀ ਹਟਾ ਦੇਵੇਗਾ ਤੇ ਉਸੇ ਦਿਨ ਡਾਰਵਿਨ ਸ਼ਹਿਰ ਵਿੱਚ ਨਾਗਰਿਕਾਂ ਨੂੰ ਦੇਸ਼ ਵਾਪਸ ਲੈ ਕੇ ਆਉਣ ਵਾਲਾ ਪਹਿਲਾ ਜਹਾਜ਼ ਪੁੱਜੇਗਾ। ਸਰਕਾਰੀ ਹੁਕਮ ਦੀ ਮਿਆਦ 15 ਮਈ ਨੂੰ ਮੁੱਕ ਜਾਵੇਗੀ। ਆਸਟ੍ਰੇਲੀਆ 15 ਤੋਂ 31 ਮਈ ਤੱਕ ਨਾਗਰਿਕਾਂ ਨੂੰ ਵਾਪਸ ਆਉਣ ਲਈ 3 ਹਵਾਈ ਜਹਾਜ਼ ਭੇਜੇਗਾ। ਇਤਿਹਾਸ ਵਿੱਚ ਪਹਿਲੀ ਵਾਰ ਆਸਟ੍ਰੇਲੀਆਈ ਸਰਕਾਰ ਨੇ ਹਾਲ ਹੀ ਵਿੱਚ ਆਪਣੇ ਨਾਗਰਿਕਾਂ ਨੂੰ ਘਰ ਪਰਤਣ ਤੇ ਅਸਥਾਈ ਤੌਰ ਤੇ ਪਾਬੰਦੀ ਲਗਾਈ ਹੈ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੀ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।